ਹੁਣ ਆਪਾਂ ਗੱਲ ਕਰਦੇ ਹਾਂ ਵੈਕਟਰ ਦੇ ਪ੍ਰੋਡਕਟ ਦੀ, ਠੀਕ ਹੈ ਜੀ। ਤਾਂ ਵੈਕਟਰ ਦੇ ਪ੍ਰੋਡਕਟ ਵੈਸੇ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਨੂੰ ਆਪਾਂ ਕਹਿੰਦੇ ਆ ਸਕੇਲਰ ਪ੍ਰੋਡਕਟ, ਦੂਸਰਾ ਸਾਡੇ ਕੋਲ ਕੀ ਹੁੰਦਾ ਵੈਕਟਰ ਪ੍ਰੋਡਕਟ, ਠੀਕ ਹੈ ਜੀ। ਹੁਣ ਇੱਥੇ ਦੇਖੋ ਕੀ ਫਰਕ ਆ। ਸਕੇਲਰ ਪ੍ਰੋਡਕਟ, ਮੈਂ ਕੀ ਕਿਹਾ ਵੈਕਟਰ ਨੂੰ ਪ੍ਰੋਡਕਟ ਕਰਨਾ, ਵੈਕਟਰ ਦੇ ਪ੍ਰੋਡਕਟ ਹੀ ਅੱਗੇ ਦੋ ਤਰ੍ਹਾਂ ਦੇ ਆ, ਸਕੇਲਰ ਇੱਕ ਵੈਕਟਰ। ਜਿਹੜਾ ਸਕੇਲਰ ਪ੍ਰੋਡਕਟ ਹੁੰਦਾ ਇਹਦਾ ਆਪਾਂ ਨੂੰ ਫਾਈਨਲ ਰਿਜ਼ਲਟ ਕੀ ਮਿਲਦੀ ਹੁੰਦੀ ਹੈ, ਇੱਕ ਸਕੇਲਰ ਕੁਆਂਟੀਟੀ ਮਿਲਦੀ ਆ ਜਿਹਦੇ 'ਚ ਸਿਰਫ ਮੈਗਨੀਟਿਊਡ ਮਿਲੂਗਾ, ਡਾਇਰੈਕਸ਼ਨ ਨਹੀਂ ਮਿਲੂਗੀ। ਤੇ ਵੈਕਟਰ ਕੁਆਂਟੀਟੀ 'ਚ ਨਾਮ ਤੋਂ ਹੀ ਪਤਾ ਚੱਲਦਾ ਕਿ ਭਾਈ ਜਿਹੜਾ ਫਾਈਨਲ ਰਿਜ਼ਲਟ ਹੋਊਗਾ ਦੈਟ ਵਿਲ ਬੀ ਆ ਵੈਕਟਰ ਕੁਆਂਟੀਟੀ। ਉਹ ਦੱਸੂਗਾ ਵੀ ਜਿਹੜਾ ਬਈ ਚੀਜ਼ ਆ ਜਾਂ ਜੋ ਵੀ ਆਪਾਂ ਕੁਆਂਟੀਟੀ ਦੀ ਗੱਲ ਕਰਦੇ ਆ ਉਹ ਐਵੇਂ ਮੂਵ ਕਰੂਗੀ ਇੱਕ ਪਾਰਟਿਕੂਲਰ ਡਾਇਰੈਕਸ਼ਨ, ਠੀਕ ਹੈ ਜੀ। ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਐਲੈਬੋਰੇਟ ਕਰਦੇ ਆ। ਮੰਨ ਲਓ ਸਾਨੂੰ ਦੋ ਵੈਕਟਰ ਦਿੱਤੇ ਹੋਏ ਆ, ਇੱਕ A ਵੈਕਟਰ ਦੂਸਰਾ B ਵੈਕਟਰ, ਠੀਕ ਹੈ ਜੀ। ਇੱਕ ਗੱਲ ਹੋਰ, ਇਹਨੂੰ ਸਕੇਲਰ ਵੀ ਕਹਿ ਦਿੰਦੇ ਆ ਔਰ ਡਾਟ ਪ੍ਰੋਡਕਟ ਵੀ ਕਹਿ ਦਿੰਦੇ ਆ ਆਪਾਂ। ਮਤਲਬ ਸਾਨੂੰ ਦੋ ਵੈਕਟਰ ਦਿੱਤੇ ਹੋਏ ਆ, ਇੱਕ A ਵੈਕਟਰ ਦੂਸਰਾ ਕੋਈ ਵੀ B ਵੈਕਟਰ, ਉਹਨਾਂ ਦੇ ਵਿੱਚ ਐਂਗਲ ਕਿੰਨਾ ਥੀਟਾ। ਜਦੋਂ ਆਪਾਂ ਡਾਟ ਪ੍ਰੋਡਕਟ ਕਰਨਾ ਮਤਲਬ ਇਹਨਾਂ ਵੈਕਟਰ ਦਾ ਪ੍ਰੋਡਕਟ ਕਰਨਾ, ਆਪਾਂ ਸਿੰਪਲੀ ਕੀ ਲਵਾਂਗੇ ਮੈਗਨੀਟਿਊਡ ਲਵਾਂਗੇ ਦੋਵਾਂ ਵੈਕਟਰ ਦੇ। ਬਟ ਇੱਥੇ ਜਿਹੜੀ ਚੀਜ਼ ਆ ਕਿ ਦੋਵਾਂ ਵੈਕਟਰ ਦੇ ਮੈਗਨੀਟਿਊਡ ਇੱਕੋ ਵੈਕਟਰ ਦੀ ਡਾਇਰੈਕਸ਼ਨ ਵੱਲ ਲਵਾਂਗੇ, ਠੀਕ ਹੈ ਜੀ। ਮੰਨ ਲਓ ਮੈਂ A ਦਾ ਮੈਗਨੀਟਿਊਡ A ਵੈਕਟਰ ਦਾ A ਤੇ B ਦਾ ਪ੍ਰੋਡਕਟ ਕਰਨਾ, ਇੱਥੇ ਮੈਂ ਪਹਿਲਾਂ A ਦਾ ਮੈਗਨੀਟਿਊਡ ਲਵਾਂਗਾ, ਦਿਸ ਇਜ਼ ਆ ਜਾਊਗਾ। ਦੂਸਰਾ ਮੈਂ ਹੁਣ B ਵੈਕਟਰ ਦਾ ਮੈਗਨੀਟਿਊਡ ਲੈਣਾ, ਪਰ ਇਸ ਵੈਕਟਰ ਦਾ ਮੈਗਨੀਟਿਊਡ ਵੀ ਕਿੱਧਰ ਲਵਾਂਗਾ, ਕਿਸੇ ਇੱਕ ਦੂਸਰੇ ਵੈਕਟਰ ਦੀ ਡਾਇਰੈਕਸ਼ਨ ਦੇ ਵੱਲ। ਹੁਣ ਉਧਰ ਕਿੰਨਾ ਆ ਜਾਊਗਾ B ਵੈਕਟਰ ਇੰਨਾ, ਪਰ ਸਾਨੂੰ ਪਤਾ ਇਹ ਤਾਂ ਉਧਰ ਜਾ ਰਿਹਾ ਸੀ, ਇੱਧਰ ਇਹਦਾ ਜਿਹੜਾ ਕੰਪੋਨੈਂਟ ਵਰਕ ਕਰਦਾ ਹੋਊਗਾ ਉਹਦਾ ਮੈਗਨੀਟਿਊਡ। ਹੁਣ ਇਹਨਾਂ ਥੀਟਾ ਬਣਾ ਰਿਹਾ ਤਾਂ ਹੌਰੀਜ਼ੌਂਟਲ ਵੱਲ ਜਿਹੜਾ ਕੰਪੋਨੈਂਟ ਆਉਂਦਾ cos ਥੀਟਾ। ਤਾਂ ਆਪਣੇ ਕੋਲ A ਵੈਕਟਰ ਡਾਟ B ਵੈਕਟਰ, ਇਹਨਾਂ ਦਾ ਰਿਜ਼ਲਟ ਕੀ ਆ ਜਾਊਗਾ A ਦਾ ਮੈਗਨੀਟਿਊਡ B ਦਾ ਮੈਗਨੀਟਿਊਡ ਇਨਟੂ cos ਥੀਟਾ, ਠੀਕ ਹੈ ਜੀ। ਆਹ ਆ ਗਈ ਸਾਡੀ ਐਕਸਪ੍ਰੈਸ਼ਨ ਫॉर ਦਾ ਡਾਟ ਪ੍ਰੋਡਕਟ ਆਫ ਟੂ ਵੈਕਟਰ। ਬਸ ਇਹਦੇ 'ਚ ਯਾਦ ਕੀ ਰੱਖਣਾ ਕਿ ਜਦੋਂ ਆਪਾਂ ਦੋਹਾਂ ਵੈਕਟਰ ਨੂੰ ਪ੍ਰੋਡਕਟ ਕਰਨਾ, ਉਹਨਾਂ ਦੋਵਾਂ ਵੈਕਟਰ ਦੇ ਮੈਗਨੀਟਿਊਡ ਕਿਸੇ ਇੱਕ ਵੈਕਟਰ ਦੀ ਡਾਇਰੈਕਸ਼ਨ ਵੱਲ ਲੈ ਲੈਣੇ ਨੇ। ਇੱਥੇ ਆਪਾਂ ਗੱਲ ਹੀ ਨਿਬੇੜਤੀ ਵੀ ਬਈ ਡਾਇਰੈਕਸ਼ਨ ਕਿੱਧਰ ਜਾਊਗੀ ਦੋਵਾਂ ਨੂੰ ਪ੍ਰੋਡਕਟ ਕਰਕੇ। ਉਹ ਕਹਿੰਦੇ ਵੀ ਡਾਇਰੈਕਸ਼ਨ ਕੋਈ ਇੱਕ ਜਿਹੜੀ ਤੁਸੀਂ ਚੂਜ਼ ਕਰੋਗੇ, ਤਾਂ ਕਰਕੇ ਇਹਦਾ ਜਿਹੜਾ ਰਿਜ਼ਲਟ ਆਉਂਦਾ ਉਹਦੇ 'ਚ ਕੋਈ ਪਾਰਟਿਕੂਲਰ ਡਾਇਰੈਕਸ਼ਨ ਨਹੀਂ, ਕਿਉਂਕਿ ਆਪਣੀ ਚੋਇਸ ਆ ਕਿ ਆਪਾਂ ਕਿਹੜੇ ਵੈਕਟਰ ਨਾਲ ਡਾਇਰੈਕਸ਼ਨ ਲਵਾਂਗੇ, ਠੀਕ ਹੈ ਜੀ। ਤਾਂ ਕਰਕੇ ਇਹਦਾ ਹੱਲ ਜਿਹੜਾ ਗਿਆ A ਵੀ ਮੈਗਨੀਟਿਊਡ ਆ ਤਾਂ ਹੁੰਦੀ ਹੈ ਆਪਣੇ ਕੋਲੇ ਸਿੰਪਲ ਯੂਨਿਟਲੈਸ ਕੁਆਂਟੀਟੀ ਆ ਜਾਂ ਡਾਇਰੈਕਸ਼ਨਲੈਸ ਕੁਆਂਟੀਟੀ ਕਹ ਲਓ। ਸੋ ਆਨਸਰ ਵਿਲ ਬੀ ਅ ਸਕੇਲਰ ਕੁਆਂਟੀਟੀ, ਠੀਕ ਹੈ। ਹੁਣ ਤੁਸੀਂ ਇਹਦੀ ਐਗਜ਼ਾਮਪਲ ਦੇਖੀ ਆਉਣੀ ਹੈ ਕਿ ਜਿਹੜਾ ਵਰਕ ਹੁੰਦਾ ਉਹ ਆਪਣੇ ਕੋਲ ਹੁੰਦਾ ਫੋਰਸ ਇਨਟੂ ਡਿਸਪਲੇਸਮੈਂਟ, ਫੋਰਸ ਵੈਕਟਰ ਡਿਸਪਲੇਸਮੈਂਟ ਵੈਕਟਰ, ਬਟ ਵਰਕ ਦੀ ਵੈਲਿਊ ਕੀ ਆਊਗੀ ਸਕੇਲਰ। ਤਾਂ ਉੱਥੇ ਆਪਣੇ ਕੋਲ ਡਾਟ ਪ੍ਰੋਡਕਟ ਹੁੰਦਾ ਫੋਰਸ ਤੇ ਡਿਸਪਲੇਸਮੈਂਟ ਦਾ, ਠੀਕ ਹੈ ਜੀ। ਹੁਣ ਦੇਖੋ ਇਹਦੀਆਂ ਕੁਝ ਕੁ ਪ੍ਰੋਪਰਟੀਜ਼ ਨੇ, ਕੀ ਨੇ। ਹੁਣ ਉਹ ਕੀ ਕਹਿੰਦੇ ਆ ਕਿ ਜਿਹੜਾ ਡਾਟ ਪ੍ਰੋਡਕਟ ਹੁੰਦਾ ਇਹ ਕਮਿਊਟੇਟਿਵ ਹੁੰਦਾ, ਮਤਲਬ ਕਿ ਕਮਿਊਟੇਟਿਵ ਪ੍ਰੋਪਰਟੀ ਨੂੰ ਹੋਲਡ ਕਰਦਾ। ਕਮਿਊਟੇਟਿਵ ਪ੍ਰੋਪਰਟੀ ਕੀ ਹੁੰਦੀ ਆ ਕਿ ਜੇਕਰ ਮੈਂ A ਵੈਕਟਰ ਡਾਟ B ਵੈਕਟਰ ਕਰ ਦਵਾਂ ਜਾਂ ਫਿਰ B ਵੈਕਟਰ ਡਾਟ A ਵੈਕਟਰ ਕਰ ਦਵਾਂ, ਦੋਹਾਂ ਦਾ ਆਨਸਰ ਮੇਰੇ ਕੋਲੇ ਸੇਮ ਆਊਗਾ। ਇਹ ਪੋਸੀਬਲ ਹੁੰਦਾ। ਸੋ ਇਟ ਹੋਲਡਸ ਅ ਕਮਿਊਟੇਟਿਵ ਪ੍ਰੋਪਰਟੀ। ਜਿਹੜਾ ਆਪਣੇ ਕੋਲ ਡਾਟ ਪ੍ਰੋਡਕਟ ਹੈ ਡਿਸਟ੍ਰੀਬਿਊਟਿਵ ਪ੍ਰੋਪਰਟੀ ਨੂੰ ਵੀ ਹੋਲਡ ਕਰਦਾ। ਮੰਨ ਲਓ ਸਾਨੂੰ ਤਿੰਨ ਵੈਕਟਰ ਦਿੱਤੇ ਆ, A ਵੈਕਟਰ ਡਾਟ B ਵੈਕਟਰ ਪਲੱਸ C ਵੈਕਟਰ। ਇਹਨੂੰ ਕਿਵੇਂ ਆਪਾਂ ਡਿਸਟ੍ਰੀਬਿਊਟ ਕਰ ਸਕਦੇ ਹਾਂ ਡਾਟ ਪ੍ਰੋਡਕਟ ਨੂੰ, A ਦੇ ਨਾਲ B ਦੇ ਨਾਲ ਦੈਨ C ਦੇ ਨਾਲ। A ਡਾਟ B ਵੈਕਟਰ ਪਲੱਸ B ਵੈਕਟਰ ਡਾਟ C ਵੈਕਟਰ। ਤਾਂ ਮਤਲਬ ਐਵੇਂ ਸੌਖਾ ਜਿਹਾ ਤਰੀਕਾ ਵੀ ਬਈ ਤੁਸੀਂ ਐਂ ਕਰ ਦਿਓ, ਮਤਲਬ ਕਿ ਇਹਨਾਂ ਨੂੰ ਵੰਡ ਦਿਓ, ਹੈ ਨਾ। ਡਿਸਟ੍ਰੀਬਿਊਟ ਕਰਨ ਦਾ ਕੰਮ ਕਰਦਾ ਇਹ ਜਾਂ ਡਿਸਟ੍ਰੀਬਿਊਟਿਵ ਪ੍ਰੋਪਰਟੀ ਨੂੰ ਹੋਲਡ ਕਰਦਾ। ਤੀਸਰਾ ਦੇਖੋ ਡਾਟ ਪ੍ਰੋਡਕਟ ਆਫ ਪੈਰਲਲ ਵੈਕਟਰਸ, ਡਾਟ ਪ੍ਰੋਡਕਟ, ਠੀਕ ਹੈ ਜੀ। ਡਾਟ ਪ੍ਰੋਡਕਟ ਆਫ ਪੈਰਲਲ ਵੈਕਟਰਸ ਮਤਲਬ ਕਿ ਪੈਰਲਲ ਜਿਹੜੇ ਇੱਕੋ ਡਾਇਰੈਕਸ਼ਨ 'ਚ ਇਕੱਠੇ ਚੱਲਦੇ ਹੁੰਦੇ ਆ, ਉਹਨਾਂ ਦਾ ਡਾਟ ਪ੍ਰੋਡਕਟ ਕਿਵੇਂ ਹੋਊਗਾ ਤਾਂ ਕੀ ਹੋਊਗਾ। ਤਾਂ ਬੇਸਿਕਲੀ ਮੰਨ ਲਓ ਕਿ ਆਹ A ਵੈਕਟਰ ਆ, ਉਹ ਕਹਿੰਦਾ ਮੈਂ ਵੀ ਤੇਰੇ ਨਾਲ ਹੀ ਜਾਣਾ, ਉਹ ਕਹਿੰਦਾ ਚੱਲ ਵੀ ਬਟ ਥੋੜਾ ਪਾਸੇ ਹੋ ਕੇ ਚੱਲ, ਠੀਕ ਹੈ ਜੀ। ਮਤਲਬ ਕਿ ਜਿਹੜੀਆਂ ਪੈਰਲਲ ਲਾਈਨਸ ਹੁੰਦੀਆਂ ਨੇ ਜਾਂ ਪੈਰਲਲ ਵੈਕਟਰਸ ਹੁੰਦੇ ਆ, ਉਹਨਾਂ ਦੇ ਵਿੱਚ ਜਿਹੜਾ ਥੀਟਾ ਹੁੰਦਾ ਕਿੰਨਾ ਹੁੰਦਾ 0, ਮਤਲਬ ਕਿ ਐਂਗਲ ਵਿਲ ਬੀ 0 ਡਿਗਰੀ। ਤਾਂ ਸਾਡੇ ਕੋਲ ਡਾਟ ਪ੍ਰੋਡਕਟ ਕਿੰਨਾ ਹੋ ਜਾਊਗਾ A ਵੈਕਟਰ B ਵੈਕਟਰ
A ਦਾ ਮੈਗਨੀਟਿਊਡ B ਦਾ ਮੈਗਨੀਟਿਊਡ cos 0 ਡਿਗਰੀ। ਜਿਹੜੇ ਮੈਥ ਨਾਨ ਮੈਡੀਕਲ ਵਾਲੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ cos 0 ਕਿੰਨਾ ਹੁੰਦਾ 1। ਸੋ ਸਾਡੇ ਕੋਲ ਡਾਟ ਪ੍ਰੋਡਕਟ ਕਿੰਨਾ ਆ ਜਾਊਗਾ ਜੀ ਫॉर ਪੈਰਲਲ ਵੈਕਟਰਸ that will be AB। ਸਿੰਪਲ ਉਹਨਾਂ ਦੇ ਮੈਗਨੀਟਿਊਡ ਦਾ ਪ੍ਰੋਡਕਟ। ਠੀਕ ਹੈ ਜੀ। ਹੁਣ ਇਹ ਹੋ ਗਿਆ। ਹੁਣ ਮੈਂ ਗੱਲ ਕਰਦਾ ਡਾਟ ਪ੍ਰੋਡਕਟ ਆਫ identical unit vectors। ਪਰ ਹੁਣ ਮੈਂ ਕੀ ਕਿਹਾ ਡਾਟ ਪ੍ਰੋਡਕਟ ਆਫ ਆਇਡੈਂਟੀਕਲ ਯੂਨਿਟ ਵੈਕਟਰਸ। ਪਰ ਯੂਨਿਟ ਵੈਕਟਰਸ ਕੀ ਹੁੰਦਾ ਸਾਨੂੰ ਇਹ ਪਤਾ ਹੋਣਾ ਚਾਹੀਦਾ। ਠੀਕ ਹੈ ਜੀ। ਸੋ ਮੈਂ ਵੈਕਟਰ ਵਾਲਾ ਹਜੇ ਰੇਜ਼ ਕਰ ਦਿੰਦੇ ਆ, ਇਹ ਆਪਾਂ ਨੂੰ ਹਜੇ ਲੋੜ ਨਹੀਂ, ਜਦੋਂ ਆਵਾਂਗੇ ਤਾਂ ਦੇਖਾਂਗੇ। ਤਾਂ ਪਹਿਲਾਂ ਦੇਖੋ ਯੂਨਿਟ ਵੈਕਟਰ ਕੀ ਹੁੰਦਾ। ਯੂਨਿਟ ਵੈਕਟਰ, ਯੂਨਿਟ ਵੈਕਟਰ ਕੀ ਆ ਬੇਸਿਕਲੀ। ਯੂਨਿਟ ਦਾ ਮਤਲਬ ਹੁੰਦਾ ਭਾਈ 1, ਵੈਕਟਰ ਦਾ ਮਤਲਬ ਵੈਕਟਰ ਮਤਲਬ ਇਹਦੀ ਡਾਇਰੈਕਸ਼ਨ ਹੈਗੀ ਆ, ਪਰ ਇਹਦਾ ਮੈਗਨੀਟਿਊਡ ਕਿੰਨਾ ਹੋਊਗਾ 1। ਠੀਕ ਹੈ ਜੀ। ਆਪਣੇ ਕੋਲ ਯੂਨਿਟ ਵੈਕਟਰ ਕੀ ਹੁੰਦੇ ਆ ਜਿਹਦਾ ਮੈਗਨੀਟਿਊਡ 1 ਹੋਵੇ ਬਟ ਉਹਦੀ ਕੋਈ ਨਾ ਕੋਈ ਡਾਇਰੈਕਸ਼ਨ ਹੋਵੇ। ਹੁਣ ਜਿਹਦਾ ਮੈਗਨੀਟਿਊਡ 1 ਹੈ ਜਿਹਦਾ ਮਲਟੀਪਲਾਈ ਕਰ ਦੋ ਇਹਨੇ ਅਗਲੇ ਵੈਕਟਰ ਤੇ ਕੋਈ ਫਰਕ ਨਹੀਂ ਪਾਉਣਾ। ਤਾਂ ਮਤਲਬ ਕਿ ਇਹ ਸਿੰਪਲੀ ਕਿਹਦੇ ਲਈ ਯੂਜ਼ ਕੀਤਾ ਜਾਂਦਾ ਟੂ ਕਿਵੇਂ ਕਹਿੰਦੇ ਨੇ ਇੰਗਲਿਸ਼ ਚ, ਚਲੋ ਟੂ ਰਿਪਰੈਜ਼ੈਂਟ ਡਾਇਰੈਕਸ਼ਨ ਐਵੇਂ ਕਹ ਲਓ। ਠੀਕ ਹੈ ਜੀ। ਮਤਲਬ ਕਿ ਡਾਇਰੈਕਸ਼ਨ ਨੂੰ ਰਿਪਰੈਜ਼ੈਂਟ ਕਰਨ ਲਈ ਜਾਂ ਡਾਇਰੈਕਸ਼ਨ ਦੱਸਣ ਦੇ ਲਈ। ਠੀਕ ਹੈ ਜੀ। ਯੂਨਿਟ ਵੈਕਟਰ ਯੂਜ਼ ਹੁੰਦੇ ਆ। ਹੁਣ ਯੂਨਿਟ ਵੈਕਟਰ ਹੁੰਦੇ ਕਿੱਥੇ ਨੇ ਆਪਾਂ ਇਹਨਾਂ ਤੇ ਆਉਣੇ ਆ। ਮੰਨ ਲਓ ਆਪਾਂ ਕੀ ਕਿਹਾ ਸੀ ਅਸੀਂ ਭਾਈ 3 ਡਾਈਮੈਂਸ਼ਨਲ ਦੁਨੀਆ 'ਚ ਰਹਿਣੇ ਆ x y z। x ਵਾਲੀ ਉਹ x ਵਾਲੀ ਨਹੀਂ ਜਿਹੜੀ ਡਾਈਮੈਂਸ਼ਨ ਛੱਡ ਗਈ ਆਪਣੀਆਂ। ਠੀਕ ਹੈ ਜੀ। ਸੋ x ਵੱਲ ਜਿਹੜਾ ਆਪਣਾ ਯੂਨਿਟ ਵੈਕਟਰ ਹੁੰਦਾ ਉਹਨੂੰ ਆਪਾਂ ਲਿਖਦੇ ਆ i ਕੈਪ ਦੇ ਨਾਲ। ਜਿਹੜਾ y ਵੱਲ ਹੁੰਦਾ ਉਹਨੂੰ ਆਪਾਂ ਲਿਖਦੇ ਆ j ਕੈਪ ਦੇ ਨਾਲ। ਜਿਹੜਾ z ਵੱਲ ਹੁੰਦਾ ਉਹਨੂੰ ਆਪਾਂ ਲਿਖਦੇ ਆ k ਕੈਪ ਦੇ ਨਾਲ। i cap is a unit vector, j cap is a unit vector, k cap is a unit vector। i j k ਤਿੰਨੋਂ ਸਿਰਫ ਕੀ ਦੱਸਦੇ ਆ ਡਾਇਰੈਕਸ਼ਨ। ਮਤਲਬ ਕਿ ਮੈਂ ਲਾਤਾ 2i cap। ਹੁਣ ਮੈਨੂੰ ਇੱਥੋਂ ਪਤਾ ਲੱਗ ਜੂਗਾ ਵੀ ਬਈ ਤੁਸੀਂ 2 ਯੂਨਿਟ ਅੱਗੇ ਵਧਣਾ। ਕਿੱਧਰ ਵਧਣਾ i ਵੱਲ। i ਮਤਲਬ x ਐਕਸਿਸ ਵੱਲ। ਠੀਕ ਹੈ ਜੀ। ਸੋ ਇਹ ਸਿੰਪਲੀ ਡਾਇਰੈਕਸ਼ਨ ਲਈ ਆਪਾਂ ਦੱਸਦੇ ਆ। ਹੁਣ ਇਹ ਹੋ ਗਿਆ ਆਪਣੇ ਕੋਲੇ ਯੂਨਿਟ ਵੈਕਟਰਸ। ਉਹ ਕਹਿੰਦੇ ਆ ਕਿ ਜਦੋਂ ਤੁਹਾਡੇ ਕੋਲ ਆਇਡੈਂਟੀਕਲ ਯੂਨਿਟ ਵੈਕਟਰਸ ਹੋਣ। ਆਇਡੈਂਟੀਕਲ ਮਤਲਬ ਕਿ ਇੱਕ ਯੂਨਿਟ ਵੈਕਟਰ ਲੈ ਲਿਆ ਇਹਦਾ ਡਾਟ ਪ੍ਰੋਡਕਟ ਕਰਨਾ ਆਇਡੈਂਟੀਕਲ। ਆਇਡੈਂਟੀਕਲ ਕੌਣ ਹੋਊਗਾ i ਦਾ ਆਇਡੈਂਟੀਕਲ i। ਠੀਕ ਹੈ ਜੀ। ਤਾਂ ਹੁਣ i ਦਾ ਪਹਿਲੇ ਦਾ ਮੈਗਨੀਟਿਊਡ, ਦੂਸਰੇ ਦਾ ਮੈਗਨੀਟਿਊਡ, ਤੀਸਰੇ ਦਾ cos ਥੀਟਾ। ਹੁਣ ਥੀਟਾ ਸੋਚੋ ਇੱਥੇ ਕਿੰਨਾ ਆਊਗਾ। ਆਹ i x ਵੱਲ ਜਾਂਦਾ, ਆਹ i x ਵੱਲ ਜਾਂਦਾ। मतलब कि हुण i ने तो x वाली जाना, डायरेक्शन की रहेगी सेम। जेकर डायरेक्शन सेम तो पैरेलल वाला कांसेप्ट एंगल विल बी 0। तो इत्थे थीटा कितना हो जाएगा 0 डिग्री। ਇਹਦਾ ਮੈਗਨੀਟਿਊਡ ਯੂਨਿਟ ਵੈਕਟਰ 1 ਹੋਊਗਾ, ਇਹਦਾ ਮੈਗਨੀਟਿਊਡ 1 ਹੋਊਗਾ। ਨਾਨ ਮੈਡੀਕਲ ਵਾਲਾ ਜਾਣਦੇ ਆ ਕਿ ਬਈ ਇਹਦਾ ਆਨਸਰ ਵੀ 1 ਹੋਊਗਾ, ਮੈਡੀਕਲ ਵਾਲੇ ਰੱਟਾ ਲਾ ਲੈਣ। ਤਾਂ ਆਪਣੇ ਕੋਲ ਕਿੰਨਾ ਆ ਜਾਊਗਾ i ਜਿਹਨੂੰ ਡਿਰੇ 1। i ਦਾ i ਦੇ ਨਾਲ ਡਾਟ ਪ੍ਰੋਡਕਟ ਕਰਾਂਗੇ that will be 1। ਹੁਣ ਜੇਕਰ ਮੈਂ ਬਾਲਾ ਸਿਆਣਾ ਹੋਵਾਂ j ਦਾ j ਨਾਲ ਵੀ 1 ਆਊਗਾ, k ਦਾ k ਨਾਲ ਵੀ 1 ਆਊਗਾ। मतलब कि आइडेंटिकल ਦਾ ਜਿਹੜਾ ਡਾਟ ਪ੍ਰੋਡਕਟ ਹੋਊਗਾ will be 1। ठीक है जी, ਜਿਹੜੇ ਯੂਨਿਟ ਵੈਕਟਰ ਹੋਣਗੇ। ਹੁਣ ਆਉਣੇ ਆ ਨਾਨ ਆਇਡੈਂਟੀਕਲਸ। ਨਾਟ ਆਇਡੈਂਟੀਕਲ ਚਲੋ ਕੋਈ ਗੱਲ ਨਹੀਂ। ठीक है जी। ਹੁਣ ਕਹਿੰਦੇ ਵੀ ਤੁਸੀਂ ਆਇਡੈਂਟੀਕਲ ਨਹੀਂ ਮੰਨਣੇ। ਮੰਨ ਲਓ ਤੁਸੀਂ ਇੱਕ i ਕੈਪ ਲੈ ਲਿਆ, ਇੱਕ ਤੁਸੀਂ j ਕੈਪ ਲੈ ਲਿਆ। ਇਹਨਾਂ ਦਾ ਤੁਸੀਂ ਸਾਨੂੰ ਡਾਟ ਪ੍ਰੋਡਕਟ ਕਰਕੇ ਦਿਖਾਓ। ਸਾਨੂੰ ਤਾਂ ਆਉਂਦਾ ਹੈ ਨਾ। ਪਹਿਲਾ i ਦਾ ਮੈਗਨੀਟਿਊਡ, ਫਿਰ j ਦਾ ਮੈਗਨੀਟਿਊਡ ਨਾਲ cos ਦਾ ਐਂਗਲ। ਪਰ ਇੱਥੇ ਐਂਗਲ ਕਿੰਨਾ ਆਊਗਾ, i ਜਾਂਦਾ ਇੱਧਰ ਨੂੰ ਮੂੰਹ ਚੱਕੀ, j ਜਾਂਦਾ ਉੱਪਰ ਨੂੰ। ਐਂਗਲ ਕਿੰਨਾ ਬਣ ਜਾਊਗਾ 90 ਡਿਗਰੀ। ਇੱਥੇ ਆ ਜਾਣਾ ਆਪਣੇ ਕੋਲ 90 ਡਿਗਰੀ। ਹੁਣ ਜਿਹੜੇ ਸਿਆਣੇ ਜਵਾਕ ਨੇ, ਮੈਡੀਕਲ ਵਾਲੇ ਵੀ ਸਿਆਣੇ ਨੇ, ਉਹ ਯਾਦ ਕਰ ਲੈਣ cos 90 ਕਿੰਨਾ ਹੁੰਦਾ 0। ਨਾਨ ਮੈਡੀਕਲ ਵਾਲਿਆਂ ਨੂੰ ਪਤਾ ਹੋਊਗਾ। ਤਾਂ ਸਾਡੇ ਕੋਲ ਕੀ ਆ ਜਾਣਾ i ਡਾਟ j ਵਿਲ ਬੀ 0। ਹੁਣ ਜੇਕਰ ਮੈਂ ਬਾਲਾ ਸਿਆਣਾ ਨਾ ਬਣਾ, j ਡਾਟ k ਵੀ ਕੀ ਬਣ ਜਾਊਗਾ 0, k ਡਾਟ i ਵੀ ਕੀ ਬਣ ਜਾਊਗਾ
0। ਤਾਂ ਆਪਣੇ ਕੋਲ ਜਿਹੜੇ ਨਾਟ ਆਇਡੈਂਟੀਕਲ ਜਾਂ ਨਾਨ ਆਇਡੈਂਟੀਕਲ ਯੂਨਿਟ ਵੈਕਟਰਸ ਹੁੰਦੇ ਆ ਉਹਨਾਂ ਦਾ ਡਾਟ ਪ੍ਰੋਡਕਟ ਹਮੇਸ਼ਾ ਕੀ ਆਊਗਾ 0, ਕਿਉਂਕਿ ਉਹਨਾਂ ਦੇ ਵਿੱਚ ਐਂਗਲ ਕਿੰਨਾ ਬਣ ਜਾਂਦਾ 90 ਡਿਗਰੀ। ਠੀਕ ਹੈ ਜੀ। ਇੱਕ ਰਹਿ ਗਿਆ, ਉਹ ਸੀਗਾ ਇਕੁਅਲ ਵੈਕਟਰ। ਜੇਕਰ ਸਾਡੇ ਕੋਲ ਦੋ ਬਰਾਬਰ ਵੈਕਟਰ ਹੋਣ, ਮੰਨ ਲਓ ਆ ਵੀ a ਵੈਕਟਰ ਆ ਵੀ a ਵੈਕਟਰ ਆ, ਇਕੁਅਲ ਵੈਕਟਰ ਨੇ ਇਹ। ਹੁਣ ਇਹਨਾਂ ਦਾ ਜਿਹੜਾ ਥੀਟਾ ਦਾ ਇੱਥੋਂ ਦਿਖਦਾ ਹੀ ਆ ਵੀ ਬਈ ਜੇਕਰ ਇਕੁਅਲ ਨੇ ਤਾਂ ਮੈਗਨੀਟਿਊਡ ਵੀ ਸੇਮ, ਡਾਇਰੈਕਸ਼ਨ ਵੀ ਸੇਮ। 2 ਮੀਟਰ i ਵੱਲ, 2 ਮੀਟਰ i ਵੱਲ, ਤਾਂ ਠੀਕ ਹੈ ਜੀ। ਥੀਟਾ ਵੀ 0। ਸਾਡੇ ਕੋਲ ਕੀ ਆ ਜਾਊਗਾ a ਵੈਕਟਰ ਡਾਟ a ਵੈਕਟਰ, a ਦਾ ਮੈਗਨੀਟਿਊਡ a ਦਾ ਮੈਗਨੀਟਿਊਡ cos 0, a ਸਕੁਅਰ 1। ਸਾਡੇ ਕੋਲ ਕੀ ਆ ਜਾਣਾ ਸਿੰਪਲੀ a ਦਾ ਸਕੁਅਰ। ਇਹ ਕੋਈ ਬੜਾ ਹੋਇਆ ਨਹੀਂਗਾ, ਜਦੋਂ ਤੁਸੀਂ ਪ੍ਰੈਕਟੀਕਲ ਕਰੋਗੇ ਤੁਹਾਨੂੰ ਸਮਝ ਆ ਜਾਊਗਾ। ਠੀਕ ਹੈ ਜੀ। ਸੋ ਇਹ ਸੀਗਾ ਇਕੁਅਲ ਵੈਕਟਰ। ਇਹਦੇ ਨਾਲ ਆਪਣਾ ਸਾਰਾ ਹੋ ਗਿਆ ਡਾਟ ਪ੍ਰੋਡਕਟ। ਹੁਣ ਇੱਕ ਛੋਟਾ ਜਿਹਾ ਨੁਮੈਰੀਕਲ ਕਰ ਲੈਂਦੇ ਆ। ਹੁਣ ਮੰਨ ਲਓ ਸਾਡੇ ਕੋਲ ਦੋ ਵੈਕਟਰ ਨੇ ਆ ਗਿਵਨ ਨੇ। ਠੀਕ ਹੈ ਜੀ। ਇੱਕ ਵੈਕਟਰ ਨੂੰ ਐਵੇਂ ਲਿਖਦਾ, ਜੇਕਰ ਇਹਨਾਂ ਨੂੰ ਰਿਪਰੈਜ਼ੈਂਟੇਸ਼ਨ ਨਹੀਂ ਪਤਾ ਵੈਕਟਰ ਦੀ, ਉਹ ਦੇਖ ਲਓ। ਮੰਨ ਲਓ ਮੈਂ r ਵੈਕਟਰ ਲਿਖਣਾ, r ਦਾ ਵੈਕਟਰ ਲਿਖਣਾ। ਜੇਕਰ ਵੈਕਟਰ ਦੇ ਇਹਦੇ ਸਿਰ ਦੇ ਉੱਪਰ ਤੀਰ ਮਾਰੋ। ਠੀਕ ਹੈ ਜੀ। ਹੁਣ ਮੈਂ ਕਹਿਣਾ ਕਿ ਇਹ x ਐਕਸਿਸ ਵੱਲ, मतलब कि i कैप वाल कितना, ਇਹਦਾ ਕੋਐਫੀਸ਼ੀਐਂਟ x, j वाल कितना ਹੋਊਗਾ y ਐਂਡ k। ਠੀਕ ਹੈ ਜੀ। ਇਹ ਕੀ ਦੱਸਦਾ ਕਿ x ਐਕਸਿਸ ਵੱਲ x ਡਿਸਟੈਂਸ ਕਵਰ ਕੀਤਾ, y j ਵੱਲ y ਡਿਸਟੈਂਸ ਕਵਰ ਕੀਤਾ, z ਵੱਲ z। मतलब कि ਆ ਸਿਰਫ ਕੀ ਨੇ ਆਪਣੇ ਕੋਲ ਕੋਐਫੀਸ਼ੀਐਂਟ ਨੇ, ਤੇ ਆਹ ਕੀ ਦੱਸ ਰਹੇ ਆ ਡਾਇਰੈਕਸ਼ਨ। ਸੋ ਇੱਥੇ ਹੀ ਉਵੇਂ ਹੀ ਇੱਥੇ ਰਿਪਰੈਜ਼ੈਂਟ ਕੀਤਾ 2i + j + 2k। ਠੀਕ ਹੈ ਜੀ। ਮਤਲਬ ਕਿ i ਵੱਲ x ਵੱਲ 2 ਯੂਨਿਟਸ, y ਵੱਲ 1 ਯੂਨਿਟ, z ਵੱਲ 2 ਯੂਨਿਟਸ। ਤਾਂ ਇਹ ਰਿਪਰੈਜ਼ੈਂਟੇਸ਼ਨ ਹੈ ਇੱਕ ਵੈਕਟਰ ਦੀ। ਹੁਣ ਉਹ ਕਹਿੰਦੇ ਡਾਟ ਪ੍ਰੋਡਕਟ ਕਰੋ ਤੁਸੀਂ a ਵੈਕਟਰ ਡਾਟ b ਵੈਕਟਰ। ਠੀਕ ਹੈ ਜੀ। ਹੁਣ ਇੱਥੇ ਤਾਂ ਐਂਗਲ ਹੀ ਨਹੀਂ ਗਿਵਨ ਹੈਗਾ, ਤਾਂ ਜਦੋਂ ਸਾਨੂੰ ਐਂਗਲ ਨਹੀਂ ਗਿਵਨ ਹੋਣਗੇ, ਜਿਹੜਾ ਵੈਕਟਰ ਗਿਵਨ ਆ ਉਹਨਾਂ ਨੂੰ ਲਿਖੋ डॉट, दूसरा वेक्टर 2i - 2j - k। ठीक है जी। हुण देखो असली गलबात इत्थों शुरू होंदी है। जेकर आप मैथ वाले कंसैप्ट च प्रॉपर जाने आ, इसको इसके साथ, इसको इसके साथ, इसके साथ वही करते हैं। पहला 2i नू 2i नाल करो, फिर 2i नू माइनस j वाले नाल करो, फिर माइनस आगे 2i ਨੂੰ k ਨਾਲ ਕਰੋ, 2i ਡਾਟ k। मैं एक लाइन करदा। ਹੁਣ देखो आ जाएगा 4i डॉट i, i डॉट i ਕੀ ਆ ਗਿਆ ਆਇਡੈਂਟੀਕਲ ਵਾਲਾ ਕੇਸ, ਹੋਏਗਾ ਆਨਸਰ ਕਿੰਨਾ ਆਊਗਾ 1। ਪਹਿਲਾ ਕੀਤਾ। ਹੁਣ ਇੱਥੇ ਕੀ ਆ ਗਿਆ 4 2 2 4, ਪਿੱਛੇ ਰਹਿ ਗਿਆ i डॉट j। ਹੁਣ ਇੱਕ i ਕੈਪ ਹੈ, ਇੱਕ j ਕੈਪ ਆ, ਦੋਵੇਂ ਕੀ ਨੇ ਨਾਨ ਆਇਡੈਂਟੀਕਲ, मतलब i ਇੱਧਰ ਹੋਊਗਾ j ਇੱਧਰ ਹੋਊਗਾ। थीटा 90 डिग्री, तो डॉट प्रोडक्ट कितना आ जाएगा 0। ਇਹਨੂੰ ਲਿਖਣ ਦੀ ਲੋੜ ਹੀ ਨਹੀਂ। cos 90 0। ਇੱਥੇ ਵੀ ਆਇਡੈਂਟੀ ਨਾਨ ਆਇਡੈਂਟੀਕਲ ਨੇ, cos 90 ਕਿੰਨਾ ਆ ਜਾਊਗਾ 0, ਤਾਂ ਸਾਰਾ ਡਾਟ ਪ੍ਰੋਡਕਟ 0। ਤਾਂ ਇਹਨਾਂ ਨੂੰ ਜਿਹੜੇ ਨਾਨ ਆਇਡੈਂਟੀਕਲ ਉਹਨਾਂ ਨੂੰ ਲਿਖਣ ਦੀ ਉਹ ਲੋੜ ਨਹੀਂ ਹੁੰਦੀ। ਤੁਸੀਂ ਜਦੋਂ ਐਵੇਂ ਵੈਕਟਰ ਆ ਗਿਆ, ਸਿੰਪਲੀ ਕੀ ਕਰਨਾ, i ਵਾਲੇ ਨੂੰ i ਵਾਲੇ ਨਾਲ ਮਲਟੀਪਲਾਈ ਕਰਨਾ, j ਵਾਲੇ ਨੂੰ j ਵਾਲੇ ਨਾਲ ਕਰਨਾ, k ਵਾਲੇ ਨੂੰ k ਵਾਲੇ ਨਾਲ ਕਰਨਾ, ਦੂਜਿਆਂ ਨੂੰ ਮਿਲਾਉਣਾ ਹੀ ਨਹੀਂ ਹੈਗਾ। ਠੀਕ ਹੈ ਜੀ। ਹੁਣ ਇੱਥੇ ਆ ਗਿਆ ਆਹ j ਵਾਲੇ ਨੂੰ ਕਰੋ j - 2j + 2k - k। ਬਸ ਆ ਚੀਜ਼ ਕਰਨੀ ਆ, i ਨੂੰ i ਨਾਲ, j ਨੂੰ j ਨਾਲ, k ਨੂੰ k ਨਾਲ। ਇੱਥੇ ਆ ਜਾਊਗਾ -2 j डॉट j 1 प्लस नो प्लस नहीं माइनस भी पिया -2 k ਨੂੰ k ਨਾਲ 1। ਸਾਡੇ ਕੋਲ ਆਇਆ मान ओ शिट 0। देख लो मैं किसी गलती नहीं कर गया। 2 2 4 this -2 this -2। चलो ऑलमोस्ट ठीक है। मतलब कि हम जो साडे कोल फाइनल रिजल्ट आया ਉਹਦੇ ਨਾਲ ਕੋਈ डायरेक्शन नहीं है, सिर्फ ਕੀ ਆਇਆ 0 ਵੀ ਕੋਈ ਮੈਗਨੀਟਿਊਡ ਆ। ਤਾਂ ਆਪਾਂ ਤਾਂ ਹੀ ਕਹਿੰਦੇ ਆ ਕਿ ਜੋ ਸਾਨੂੰ ਡਾਟ ਪ੍ਰੋਡਕਟ ਤੋਂ ਐਂਡ ਰਿਜ਼ਲਟ ਮਿਲਦਾ that is a scalar quantity। ਠੀਕ ਹੈ ਜੀ। ਸੋ ਹੋਪ ਸੋ ਤੁਹਾਨੂੰ ਇਹ ਸਮਝ ਆ ਗਿਆ ਹੋਊਗਾ ਡਾਟ ਪ੍ਰੋਡਕਟ। ਹੁਣ ਚੱਲਦੇ ਆਪਾਂ ਵੈਕਟਰ ਪ੍ਰੋਡਕਟ ਦੇ ਉੱਪਰ। ਹੁਣ ਵੈਕਟਰ ਪ੍ਰੋਡਕਟ ਚ ਦੇਖੋ ਅਗੇਨ ਉਹ ਕਹਿੰਦੇ ਵੀ ਤੁਹਾਡੇ ਕੋਲ ਦੋ ਵੈਕਟਰ ਨੇ, a ਵੈਕਟਰ ਇੱਕ ਹੈਗਾ b ਵੈਕਟਰ।
ਤੁਸੀਂ ਇਹਨਾਂ ਦਾ ਕੀ ਕਰਨਾ, ਪ੍ਰੋਡਕਟ ਕਰਨਾ। ਪ੍ਰੋਡਕਟ ਮਤਲਬ ਮਲਟੀਪਲਾਈ ਕਰਨੀ ਆ, ਠੀਕ ਹੈ ਜੀ। ਤਾਂ ਇਹਨਾਂ ਦਾ ਆਨਸਰ ਕੀ ਆਉਂਦਾ ਸਾਡੇ ਕੋਲੇ, AB sin θ into n ਕੈਪ। ਹੁਣ ਇੱਥੇ ਕੀ ਆ ਕਿ ਜਦੋਂ ਆਪਾਂ ਦੋ ਵੈਕਟਰ ਦਾ ਪ੍ਰੋਡਕਟ ਕਰਦੇ ਆ, ਫਾਈਨਲ ਆਨਸਰ ਦੇ ਵਿੱਚ ਨਾਲ ਡਾਇਰੈਕਸ਼ਨ ਆ ਗਈ। n ਕੈਪ ਇਜ਼ ਦਾ ਯੂਨਿਟ ਵੈਕਟਰ, ਤੇ ਯੂਨਿਟ ਵੈਕਟਰ ਸਾਨੂੰ ਕੀ ਦੱਸਦਾ ਹੁੰਦਾ, ਡਾਇਰੈਕਸ਼ਨ ਦੱਸਦਾ ਹੁੰਦਾ। ਮਤਲਬ ਇੱਥੇ ਹੁਣ ਡਾਇਰੈਕਸ਼ਨ ਦੱਸੀ ਆ ਤਾਂ ਆ ਮੈਗਨੀਟਿਊਡ ਆ, ਸੋ ਵਿਲ ਬੀ ਅ ਵੈਕਟਰ ਕੁਆਂਟੀਟੀ, ਠੀਕ ਹੈ ਜੀ। ਵੈਕਟਰ ਮਿਲ ਰਿਹਾ ਦੋਵਾਂ ਨੂੰ ਪ੍ਰੋਡਕਟ ਕਰਕੇ, ਪਹਿਲਾਂ ਸਕੇਲਰ ਮਿਲਦਾ ਸੀ। ਤਾਂ ਆਹ ਜਿਹੜਾ ਸਾਡੇ ਕੋਲ ਆਪਰੇਟਰ ਹੁੰਦਾ, ਇਹਨੂੰ ਆਪਾਂ ਕਹਿ ਦਿੰਦੇ ਆ ਕ੍ਰਾਸ ਆਪਰੇਟਰ। ਮਤਲਬ ਕਿ ਆਪਾਂ ਇਹਨੂੰ ਪੜਾਂਗੇ ਕਿਵੇਂ, a ਵੈਕਟਰ ਕ੍ਰਾਸ b ਵੈਕਟਰ ਇਜ਼ ਇਕੁਅਲਸ ਟੂ ab sin θ n ਕੈਪ, where a is magnitude of a vector, b is the magnitude of b vector। ਕਿਵੇਂ ਆ, ਕਹਿੰਦੇ ਮੰਨ ਲਓ ਆਹ a ਵੈਕਟਰ ਆ, ਆਹ b ਵੈਕਟਰ, ਠੀਕ ਹੈ ਜੀ। ਹੁਣ a ਤੇ b ਦੇ ਵਿੱਚ ਜਿਹੜਾ ਐਂਗਲ ਆ ਦੈਟ ਇਜ਼ ਥੀਟਾ, ਹੈ ਨਾ, ਇੱਕ ਤਾਂ ਆ ਗਿਆ, ਪਰ ਪਿੱਛੇ ਆ ਐਂਗਲ ਵੀ ਤਾਂ ਬਚ ਹੀ ਰਿਹਾ, ਠੀਕ ਹੈ ਜੀ। ਤਾਂ ਇਹਦੇ ਵਿੱਚ ਚੀਜ਼ ਯਾਦ ਰੱਖਿਓ ਕਿ ਜਿਹੜਾ ਆਪਾਂ ਸਾਈਨ ਦੇ ਨਾਲ ਐਂਗਲ ਲੈਣਾ, that will be the smallest angle between two vectors। ਦੋ ਵੈਕਟਰ 'ਚ ਜਿਹੜਾ smallest angle ਹੋਊਗਾ ਉਹੀ ਆਪਾਂ ਫਾਰਮੂਲੇ 'ਚ ਲੈਣਾ, ਠੀਕ ਹੈ ਜੀ। ਅਦਰਵਾਈਜ਼ ਤਾਂ ਲਾਰਜ ਐਂਗਲ ਵੀ ਸੀਗਾ ਜਿਹਨੂੰ ਆਪਾਂ ਨੈਗਲੈਕਟ ਕੀਤਾ, ਮਤਲਬ ਆਪਾਂ ਇਹਨੂੰ ਲੈ ਕੇ ਕੰਸੀਡਰ ਕਰਕੇ ਜਿਹੜਾ ਆਪਣਾ ਫਾਰਮੂਲਾ ਉਹਨੂੰ ਯੂਜ਼ ਕਰਾਂਗੇ, ਠੀਕ ਹੈ ਜੀ। ਬਸ ਇੱਕ ਇਹ ਆਪਾਂ ਨੂੰ ਡਾਇਰੈਕਸ਼ਨ ਦਿੰਦਾ, ਜਿਹਦੇ ਕਰਕੇ ਆਪਣਾ ਫਾਈਨਲ ਰਿਜ਼ਲਟ ਕੀ ਆ ਜਾਂਦਾ, ਇੱਕ ਵੈਕਟਰ ਕੁਆਂਟੀਟੀ ਆ। ਹੁਣ ਜਿਹੜਾ ਆਪਣੇ ਕੋਲ ਵੈਕਟਰ ਆਇਆ, ਜਾਂ ਕਹਿ ਲਓ ਕਿ ਕ੍ਰਾਸ ਕਰਕੇ ਦੋ ਵੈਕਟਰਸ ਨੂੰ ਡਾਇਰੈਕਸ਼ਨ ਜਿਹੜੀ ਆਊਗੀ ਫਾਈਨਲ ਕ੍ਰਾਸ ਕਰਕੇ, ਉਹ ਕਿੱਧਰ ਹੋਊਗੀ, ਹਨਾ, ਉਹਨੂੰ ਕਿਵੇਂ ਪਹਿਲਾਂ ਫਾਈਂਡ ਕਰਨਾ। ਜੇਕਰ ਫਾਰਮੂਲੇ ਦੀ ਗੱਲ ਕਰੀਏ ਤਾਂ ਆਪਾਂ n ਕੈਪ ਪਤਾ ਕਰਾਂਗੇ। n ਕੈਪ ਕੀ ਆਊਗਾ, a ਵੈਕਟਰ ਕ੍ਰਾਸ b ਵੈਕਟਰ ਓਵਰ ab sin θ, ਜਾਂ ਫਿਰ ਆਹ ਕੀ ਆ, ਆ ਵੀ ਮੈਗਨੀਟਿਊਡ, ਆ ਮੈਗਨੀਟਿਊਡ, ਆ ਮੈਗਨੀਟਿਊਡ। ਕਾਹਦਾ ਮੈਗਨੀਟਿਊਡ ਹੈ, ਕ੍ਰਾਸ ਪ੍ਰੋਡਕਟ ਦਾ, ਸੋ ਇਹਨੂੰ ਲਿਖ ਦਾਂਗੇ a ਵੈਕਟਰ b ਵੈਕਟਰ ਓਵਰ a ਵੈਕਟਰ ਕ੍ਰਾਸ b ਵੈਕਟਰ ਦਾ ਮੈਗਨੀਟਿਊਡ। ਫਾਰਮੂਲੇ ਤੋਂ ਤਾਂ ਆਹ ਚੀਜ਼ਾਂ ਹੈ। ਹੁਣ ਜੇਕਰ ਮੰਨ ਲਓ ਤੁਹਾਨੂੰ ਉਹਨਾਂ ਨੇ ਕਹਿਤਾ ਤੁਹਾਡੇ ਕੋਲ ਇੱਕ a ਵੈਕਟਰ ਸੀਗਾ, ਇੱਕ ਸੀਗਾ b ਵੈਕਟਰ, ਠੀਕ ਹੈ ਜੀ। ਉਹ ਕਹਿ ਰਹੇ ਆ ਕਿ ਤੁਸੀਂ ਕੀ ਕਰਨਾ, a ਕ੍ਰਾਸ b ਕਰਨਾ, ਠੀਕ ਹੈ ਜੀ। ਹੁਣ ਤੁਸੀਂ ਆਹ ਆਪਣਾ ਥੀਟਾ ਹੋਊਗਾ ਕੁਛ ਵੀ, ਠੀਕ ਹੈ ਜੀ। ਮਤਲਬ ਕਿ ਪਹਿਲਾਂ ਤਾਂ ਵੈਕਟਰ ਨੂੰ ਰੱਖਣਾ ਕਿਵੇਂ ਆ ਕਿ ਉਹਨਾਂ ਦੀ ਟੇਲ ਦੇ ਨਾਲ ਟੇਲ ਮੈਚ ਕਰੇ, ਪੂੰਛ ਦੇ ਨਾਲ ਪੂੰਛ, ਐਂਡਿੰਗ ਪੁਆਇੰਟ ਦੇ ਨਾਲ, ਹੈ ਨਾ ਜੀ। ਹੁਣ ਇੱਥੇ ਟੇਲ ਨਾਲ ਟੇਲ ਮੈਚ ਕਰਦੀ ਆ, ਜਿਹੜੇ ਵੈਕਟਰ ਤੋਂ ਤੁਸੀਂ ਕ੍ਰਾਸ ਕਰਨਾ ਉੱਥੇ ਆਪਣਾ ਰਾਈਟ ਹੈਂਡ ਰੱਖੋ, ਦਿਸ ਉਹਦੇ ਉੱਪਰ ਜਮੀ ਰੱਖ ਲਓ। ਮੰਨ ਲਓ ਜੇਕਰ ਆਹ a ਵੈਕਟਰ ਦੇ ਉੱਪਰ ਐ ਹੱਥ ਖੜਾ ਕਰ ਲਓ, ਠੀਕ ਹੈ ਜੀ। ਇਹਨੂੰ ਆਪਾਂ ਕਹਿੰਦੇ ਆ ਕਿ ਡਾਇਰੈਕਸ਼ਨ ਕਿਵੇਂ ਪਤਾ ਚੱਲੂਗੀ, ਬਾਏ ਰਾਈਟ ਹੈਂਡ ਥੰਬ ਰੂਲ, ਰਾਈਟ ਹੈਂਡ ਥੰਬ ਰੂਲ, ਠੀਕ ਹੈ ਜੀ। ਜਿਹੜੇ ਵੈਕਟਰ ਤੋਂ ਕ੍ਰਾਸ ਕਰਨਾ, a ਤੋਂ ਕਰਨਾ, ਤਾਂ a ਦੇ ਉੱਪਰ ਹੱਥ ਰੱਖੋ, ਜਿੱਧਰ ਜਾਣਾ b ਵੱਲ ਜਾਣਾ ਉਧਰ ਫਿੰਗਰਸ ਕਰਲ ਕਰ ਲਓ, ਫਿੰਗਰਸ ਕਰਲ ਕਰਨੀ ਆ ਤੇ ਗੂਠੇ ਨੂੰ ਕਰ ਲਓ ਬਿਲਕੁਲ ਸਿੱਧਾ। ਤਾਂ ਹੁਣ ਜਿਸ ਸਾਈਡ ਗੂਠਾ ਆ ਰਿਹਾ ਤੁਹਾਡਾ, ਥੰਬ ਆ ਰਿਹਾ, ਉਹ ਕਿਹਦੀ ਡਾਇਰੈਕਸ਼ਨ ਦਊਗਾ, ਇਸ ਕ੍ਰਾਸ ਪ੍ਰੋਡਕਟ ਦਾ ਜੋ ਫਾਈਨਲ ਰਿਜ਼ਲਟ ਆਊਗਾ ਉਹਦੀ ਡਾਇਰੈਕਸ਼ਨ ਹੋਊਗੀ, ਠੀਕ ਹੈ ਜੀ। ਹੁਣ ਮੰਨ ਲਓ ਕਿ ਜਦੋਂ ਮੈਂ a ਕ੍ਰਾਸ b ਕਰਦਾ ਤਾਂ ਮੇਰੇ ਕੋਲ ਫਾਈਨਲ ਰਿਜ਼ਲਟ ਕੀ ਆ ਰਹੀ ਹੈ, ਆਊਟਵਰਡ ਆ ਰਹੀ ਹੈ। ਆਊਟਵਰਡ ਨੂੰ ਮੈਂ ਇੱਥੇ ਸ਼ੋ ਕਰ ਦਿੰਦਾ ਐਜ਼ ਦਿਸ ਇਜ਼ ਦਾ a ਕ੍ਰਾਸ b, ਮਤਲਬ ਕਿ ਆ ਮੇਰੇ ਕੋਲ ਡਾਇਰੈਕਸ਼ਨ ਆ ਗਈ ਆਫ a ਕ੍ਰਾਸ b, ਯਾਨੀ ਕਹ ਲਓ n ਕੈਪ ਆ ਗਿਆ, ਠੀਕ ਹੈ ਜੀ। ਇਹ ਕਦੋਂ ਸੀਗਾ, ਜਦੋਂ ਮੈਂ a ਤੋਂ b ਵੱਲ ਜਾ ਰਿਹਾ, ਪਹਿਲੀ ਗੱਲ। ਹੁਣ ਮੰਨ ਲਓ ਤੁਹਾਡੇ ਕੋਲ ਕਹਿੰਦੇ a ਵੈਕਟਰ ਉਹੀ b ਵੈਕਟਰ ਅਗੇਨ ਨੇ, ਤੇ ਤੁਸੀਂ ਕੀ ਕਰਨਾ, b ਤੋਂ a ਵੱਲ ਆਉਣਾ। ਹੁਣ b ਮਤਲਬ ਆਪਾਂ ਨੂੰ ਉਹਨਾਂ ਨੇ ਕੀ ਕਹਤਾ ਕਿ ਤੁਸੀਂ ਕੀ ਕਰੋ, b ਕ੍ਰਾਸ a ਕਰੋ, b ਤੇ ਹੱਥ ਰੱਖੋ, ਉਂਗਲਾਂ ਨੂੰ ਮੋੜ ਦਿਓ, ਗੂਠਾ ਜਿੱਧਰ ਆਇਆ ਅੰਦਰ ਵੱਲ, ਲਾਈਕ ਦਿਸ, ਅੰਦਰ। ਤਾਂ ਹੁਣ ਜਿਹੜੀ ਡਾਇਰੈਕਸ਼ਨ ਆਊਗੀ ਉਹ ਕਿੱਧਰ ਆਊਗੀ, ਆਪਣੀ ਅੰਦਰ ਵੱਲ। ਉਹਨੂੰ ਆਪਾਂ ਮੰਨ ਲਓ ਮੈਂ ਲਿਖ ਰਿਹਾ ਨੀਚੇ ਵੱਲ। ਇੱਕ ਚੀਜ਼ ਮੇਰੀ, ਹੁਣ ਜਿਹੜਾ ਪਹਿਲਾਂ ਸੀ a ਕ੍ਰਾਸ b
ਉਹ ਆ ਰਹੀ ਆ ਆਊਟਵਰਡ, मतलब कि कंध तो बोर्ड तो बाहर वाल नूं, ते जिहड़ी मेरी V क्रॉस A आ रही है वो अंदर वाल आ रही है। एक डायरेक्शन इधर, एक दूसरी इधर, ठीक है जी। तो अपने को इत्थे की आऊगा, मान लो जेकर अपनी बाहर वाली पॉजिटिव आ, इफ दिस इज पॉजिटिव, तो इधर वाली की होगी नेगेटिव, क्योंकि ऑपोजिट डायरेक्शन से आ रही है। तो आप की कहांगे A क्रॉस B वेक्टर विल नेवर इक्वल टू B क्रॉस A, क्योंकि जेकर आ पॉजिटिव आऊगा, आह की आऊगी नेगेटिव आऊगी, ठीक है जी। हुण जेकर कोई पूछ लवे कि जेकर तुसी आ कर रहे हो A क्रॉस B ते B क्रॉस A, इन्हां दोहां दे विच एंगल कितना होगा, मैं की कहा A क्रॉस B जा रहा आउटवर्ड, B क्रॉस A की आ रहा इनवर्ड, तो एक स्ट्रेट लाइन बनती है, दोहां दा एंगल कितना होगा 180 डिग्री। सो थीटा विल बी 180 डिग्री बिटवीन A क्रॉस B लाइन एंड B क्रॉस A लाइन। हुण जेकर ये दोवें बराबर नहीं हैगे, सो आपां की कहांगे नॉन कम्यूटेटिव ने। दूसरी ਇਹਦੀ प्रॉपर्टी की है वही डिस्ट्रीब्यूटिव, भी भाई ये भी डिस्ट्रीब्यूटिव नेचर दा, ठीक है जी। मान लो सानू तीन वेक्टर दिते आ, A वेक्टर इनू क्रॉस कर लिया सम ऑफ अदर टू वेक्टर्स लाइक दिस, ठीक है जी। तो की आऊगा A नू पहला कहंदे B नाल क्रॉस कर दो, देन A नू किहदे नाल क्रॉस कर दो C नाल, सो एवें आपां डिस्ट्रीब्यूट कर सकदे, ठीक है जी। अगली प्रॉपर्टी ते आउने आ कि जेकर साडे कोल इक्वल वेक्टर ने, क्रॉस प्रोडक्ट ऑफ इक्वल वेक्टर्स, इक्वल वेक्टर केड़े, मैग्नीट्यूड भी सेम डायरेक्शन भी सेम। मान लो A दा क्रॉस करना A दे नाल, मैग्नीट्यूड भी सेम डायरेक्शन भी सेम, थीटा भाई 0। हुण ਇਹਦਾ फार्मूला लिखो, A दा मैग्नीट्यूड B दा मैग्नीट्यूड, B भी इत्थे आ sin थीटा इनटू n कैप। ਸਾਡੇ ਕੋਲ ਕੀ ਆਊਗਾ A ਸਕੁਅਰ sin 0 n कैप, sin 0 ਕਿੰਨਾ ਹੁੰਦਾ 0। ਸੋ ਹੁਣ ਮੈਡੀਕਲ ਵਾਲਿਆਂ ਨੇ ਹੋਰ ਕੀ ਯਾਦ ਰੱਖਣਾ, sin 0 0, cos 0 1, sin 90 1, cos 90 0, ठीक है जी। आ चीज़ां याद रखनियां ने कि एक दूजे दे उल्ट हुंदे आ। सो जदों साडे कोल इक्वल वेक्टर आ, उन्हां दा क्रॉस प्रोडक्ट कितना आऊगा 0 वेक्टर, ठीक है जी। और नल वेक्टर भी कैन से। तो हुण कहंदे कि ये तां हो गए वेक्टर, जेकर साडे कोले आइडेंटिकल यूनिट वेक्टर्स होण, आइडेंटिकल यूनिट वेक्टर्स मान लो वही आई कैप ਨੂੰ क्रॉस करते हैं आई ਦੇ ਨਾਲ, जे ਨੂੰ करते हैं जे ਦੇ ਨਾਲ, सारा कुछ। ਹੁਣ आई भी x वाला, दूजा आई भी x वाला, अगेन थीटा विल बी 0। ਸਾਡੇ ਕੋਲ ਆਊਗਾ ਪਹਿਲੇ ਦਾ मैग्नीट्यूड, दूजे ਦਾ मैग्नीट्यूड sin थीटा इनटू n। इथे मैं थीटा की जगह पहले 0 भर देना, क्योंकि मैंने पता ही है sin 0 0। सो i दा i दे नाल क्रॉस कितना आ जाऊगा 0। सिमिलरली j दा j दे नाल क्रॉस कितना आ जाऊगा 0, k दा k दे नाल क्रॉस कितना आ जाऊगा 0। आह इंपॉर्टेंट रिजल्ट आ कि जिवें आपां डॉट प्रोडक्ट किया सी, i दा i दे नाल कितना हुंदा 1, बट i दा i दे नाल क्रॉस कितना होगा 0। आइडेंटिकल यूनिट वेक्टर दा क्रॉस 0 होया करूगा, आइडेंटिकल यूनिट वेक्टर दा डॉट यूनिट होया करूगा 1 होया करूगा, ठीक है जी। हुण नॉन आइडेंटिकल देखना, इत्थे जिवें आपां कहंदे सी कि नॉन आइडेंटिकल दा डॉट 0 हुंदा, बट इत्थे देखो एक ट्रेंड फॉलो कर दिंदे आ, ਉਹ मैं बाद चों समझाउणा, x y z। हुण ਇਹਦੇ ਨਾਲ भी 90 बनदा, 90 बनदा, 90 बनदा। ਜਦੋਂ ਆਪਾਂ ਇੱਧਰ ਨੂੰ ਜਾ ਰਹੇ ਹਾਂ, मतलब जावांगे एंटी क्लॉकवाइज, ਤਾਂ ਸਾਡੇ ਕੋਲ ਸਾਰੇ ਰਿਜ਼ਲਟ ਕੀ ਆਇਆ ਕਰਨਗੇ ਪੋਜ਼ਿਟਿਵ। ਜਦੋਂ ਆਪਾਂ ਜਾਇਆ ਕਰਾਂਗੇ ਕਲॉकवाइज, ਤਾਂ ਸਾਡੇ ਸਾਰੇ ਰਿਜ਼ਲਟ ਕੀ ਆਇਆ ਕਰਨਗੇ ਨੈਗੇਟਿਵ, ਠੀਕ ਹੈ ਜੀ। ਕਿਵੇਂ, मान लो इधर मेरा आई कैप होगा, इस साइड जे कैप होगा, इस साइड के कैप होगा। पहला ਆਪਾਂ ਚੱਲਦੇ ਆ एंटी क्लॉकवाइज, मतलब मैं आई ਨੂੰ क्रॉस करना किदे नाल जे ਦੇ ਨਾਲ। पहला आई ਦਾ मैग्नीट्यूड, जे ਦਾ मैग्नीट्यूड, देन ਉਹਨਾਂ ਚ एंगल कितना sin 90 n कैप। ਸਾਡੇ ਕੋਲ ਕੀ ਆ ਜਾਣਾ 1 1 1 sin 90 ਤੇ ਨਾਲ ਦਾ 1 ਨਾਲ n कैप, ਇੱਥੇ ਆ ਜਾਊਗਾ n कैप, मतलब कि i क्रॉस j
ਦੀ ਕੋਈ ਡਾਇਰੈਕਸ਼ਨ ਹੋਊਗੀ, मतलब जीरो नहीं होगा। ਹੁਣ मैं की करना आई क्रॉस जे, आई ਦੇ ਉੱਪਰ ਹੱਥ ਰੱਖੋ ਸੱਜੇ ਵਾਲਾ, ਉਂਗਲਾਂ ਨੂੰ ਘੁਮਾ ਲਓ, ਗੂਠਾ ਜਿੱਧਰ ਆਇਆ ਉਹ। ਹੁਣ ਗੂਠਾ ਆਪਣਾ ਕੀ ਆ ਰਿਹਾ ਬਾਹਰ, मतलब ਕਿ 3D ਡਾਈਮੈਂਸ਼ਨ ਆ ਰਹੀ ਆ, ਥਰਡ ਡਾਈਮੈਂਸ਼ਨ। ਥਰਡ ਡਾਈਮੈਂਸ਼ਨ ਕੌਣ ਹੁੰਦੀ ਆ z, ਸੋ i ਤੇ j ਦਾ ਕ੍ਰਾਸ ਕੌਣ ਹੋਊਗਾ z ਕੈਪ। i ਤੇ j ਦਾ ਕ੍ਰਾਸ ਪ੍ਰੋਡਕਟ ਕਿੱਧਰ ਹੋਣਾ ਆਪਣਾ z ਵੱਲ। ਅਗੇਨ j ਤੇ ਅੱਗੇ ਵਧੋ, j ਤੇ k ਨੂੰ, j ਤੇ k ਦੀ ਕ੍ਰਾਸ ਕਰ ਦੋ, ਮੈਗਨੀਟਿਊਡ 1 1, ਅਗੇਨ ਐਂਗਲ 90 ਆ, sin 91 ਨਾਲ ਆ ਜੂਗਾ n ਕੈਪ। ਹੁਣ ਉਹ n ਕੈਪ ਦੇਖਣਾ ਕੀ ਹੋਊਗਾ, ਤਾਂ ਤੁਸੀਂ j ਕ੍ਰਾਸ k ਕਰਦੇ ਹੋ, j ਦੇ ਉੱਪਰ ਹੱਥ ਰੱਖੋ, ਫਿੰਗਰਸ ਨੂੰ ਕਰਲ ਕਰ ਲਓ, ਕਿੱਧਰ ਨੂੰ ਕਰਨਾ k ਵੱਲ ਨੂੰ ਕਰਲ ਕਰਨਾ, ਜਿੱਧਰ ਆਪਣਾ ਅੰਗੂਠਾ ਆ ਉਹ ਆਪਾਂ ਨੂੰ ਡਾਇਰੈਕਸ਼ਨ ਦੇ ਦੂਗਾ। मतलब कि ਹੁਣ ਇੱਕ ਤਾਂ y ਐਕਸਿਸ ਆ, ਦੂਸਰਾ z ਐਕਸਿਸ, ਤਾਂ ਤੀਸਰੀ ਡਾਇਰੈਕਸ਼ਨ ਜਿਹੜੀ ਆ ਰਹੀ ਆ ਉਹ ਕਿਹਦੀ ਹੋਊਗੀ x ਦੀ। ਤਾਂ ਇੱਥੇ ਜਿਹੜਾ ਆਪਣੇ ਕੋਲ n ਆ ਜਿਹੜਾ ਉਹ ਆ ਜਾਊਗਾ i ਹੈ। ਠੀਕ ਹੈ ਜੀ। ਹੁਣ ਅੱਗੇ ਤੇ ਵਧੋ k ਕ੍ਰਾਸ i। ਹੁਣ ਇਹ ਤਾਂ ਤੁਸੀਂ ਸਮਝਦੇ ਹੀ ਹੋ ਨਾ ਕਿ ਡਾਇਰੈਕਸ਼ਨਾਂ ਤਾਂ ਤਿੰਨ ਨੇ, x y ਆ z। ਜੇਕਰ ਤੁਸੀਂ x y ਨੂੰ ਕ੍ਰਾਸ ਕਰਤਾ, ਜਿਹੜੀ ਤੀਸਰੀ ਡਾਇਰੈਕਸ਼ਨ ਉਹ ਕਿਹੜੀ ਹੋਊਗੀ, ਜਿਹੜਾ ਤੀਸਰਾ ਐਲੀਮੈਂਟ ਰਹਿ ਗਿਆ ਜਾਂ ਐਕਸਿਸ ਰਹਿ ਗਿਆ। ਜਦੋਂ ਤੁਸੀਂ j ਤੇ k ਨੂੰ ਕ੍ਰਾਸ ਕਰਦੇ ਹੋ ਤਾਂ ਥਰਡ ਆਪਣੇ ਕੋਲ ਡਾਇਰੈਕਸ਼ਨ ਆ ਰਹੀ ਆ ਕੋਈ ਨਾ ਕੋਈ, ਉਹ ਕਿਹੜੀ ਹੋਊਗੀ, ਜਿਹੜੀ ਤੀਸਰੀ ਰਹਿ ਗਈ x ਵਾਲੀ। ਸਿਮਿਲਰਲੀ k ਤੇ i ਦਾ ਕ੍ਰਾਸ ਕਰਕੇ ਆਪਣੇ ਕੋਲ ਕੀ ਆਊਗਾ j। ਇਹ ਸੀਗਾ ਜਦੋਂ ਆਪਾਂ ਐਂਟੀ ਕਲੌਕਵਾਈਜ਼ ਐਵੇਂ ਨੂੰ ਮੂਵ ਕਰਦੇ ਹਾਂ। ਬਟ ਹੁਣ ਆਪਾਂ ਗੱਲ ਕਰ ਲੈਂਦੇ ਆ ਕਲੌਕਵਾਈਜ਼ ਦੀ। ਬਈ ਉਹ ਕਹਿੰਦੇ ਆ i ਤੋਂ ਕਿੱਧਰ ਚੱਲੋ ਤੁਸੀਂ k ਵੱਲ, i ਤੋਂ k ਵੱਲ। ਤਾਂ ਮੈਂ ਬਾਕੀ ਸਾਰਾ ਨਹੀਂ ਕਰਦਾ, ਇਹਦਾ ਮੈਗਨੀਟਿਊਡ 1, ਇਹਦਾ ਮੈਗਨੀਟਿਊਡ 1 ਆ, ਐਂਗਲ ਕਿੰਨਾ 90 ਡਿਗਰੀ। ਫਿਰ ਕਹਿੰਦੇ ਵੀ ਹੁਣ ਇੱਥੇ ਕੀ ਹੋਊਗਾ, i ਤੋਂ k ਵੱਲ ਜਾਣਾ, i ਦੇ ਉੱਪਰ ਹੱਥ ਰੱਖੋ ਸੱਜਾ। ਜੇਕਰ ਐ ਰੱਖਦੇ ਹੋ ਤਾਂ ਉਂਗਲਾਂ ਤੁਹਾਡੀਆਂ ਪਿੱਛੇ ਨੂੰ ਮੁੜਨੀਆਂ ਨਹੀਂ ਹੈਗੀਆਂ, ਤਾਂ ਕਰਕੇ ਗੱਲ ਨਹੀਂ ਬਣਨੀ। ਤੁਹਾਨੂੰ ਹੱਥ ਕਿਵੇਂ ਰੱਖਣਾ ਪਊਗਾ, ਲਾਈਕ ਦਿਸ। i ਦੇ ਉੱਪਰ ਹੱਥ ਰੱਖਿਆ, ਕਿੱਧਰ ਨੂੰ ਫਿੰਗਰ ਕਰਲ ਕਰਨੀਆਂ ਨੇ k ਵੱਲ ਨੂੰ, ਗੁੱਠਾ ਕਿੱਧਰ ਜਾ ਗਿਆ ਅੰਦਰ ਵੱਲ। ਠੀਕ ਆ ਜੀ। i ਤੋਂ k, ਹੁਣ i ਤੋਂ k ਅੰਦਰ ਵੱਲ ਆਪਣਾ ਜਾ ਰਿਹਾ, मतलब ਕਿ ਹੁਣ ਅੰਦਰ ਵੱਲ ਕੌਣ ਹੋਊਗਾ, ਜਿਹੜੀ ਡਾਈਮੈਂਸ਼ਨ ਰਹਿ ਗਈ ਉਹ ਕਿਹੜੀ ਸੀ, ਇੱਕ x ਆ ਇੱਕ z ਆ, ਮਾਈਨਸ j ਕੈਪ। ਠੀਕ ਆ ਜੀ। ਇਹ ਕਿਵੇਂ ਹੁੰਦਾ ਮੈਂ ਤੁਹਾਨੂੰ ਦੱਸਦਾ। ਮੰਨ ਲਓ ਆ ਤਿੰਨ ਸਾਡੇ ਕੋਲ ਐਕਸਿਸ ਨੇ, ਆ x ਐਕਸਿਸ ਆ y ਐਕਸਿਸ ਆ z ਐਕਸਿਸ। ਹੁਣ z ਐਕਸਿਸ ਦੇ ਬਿਲਕੁਲ ਨੀਚੇ, ਜੇਕਰ ਮੈਂ ਕਹਾਂ z ਐਕਸਿਸ ਦੇ ਅੰਦਰ ਜਾ ਰਿਹਾ, ਤਾਂ ਜੇਕਰ ਇੱਧਰ z ਐਕਸਿਸ ਪੋਜ਼ਿਟਿਵ ਆ, ਇਸ ਸਾਈਡ z ਐਕਸਿਸ ਕੀ ਹੋਊਗਾ ਨੈਗੇਟਿਵ। ਜੇਕਰ ਆਹ ਆਪਣਾ x ਐਕਸਿਸ ਆ, ਇਸ ਸਾਈਡ x ਐਕਸਿਸ ਪੋਜ਼ਿਟਿਵ ਆ, ਇਹਦੀ ਅੰਦਰਲੀ ਸਾਈਡ ਜਿਹੜਾ ਹੁਣ ਅੰਦਰ ਆ ਰਿਹਾ ਉਧਰ x ਐਕਸਿਸ ਕੀ ਹੋਊਗਾ ਨੈਗੇਟਿਵ। ਤਾਂ ਕਹਿੰਦੇ ਜਿਹੜੀਆਂ ਚੀਜ਼ਾਂ ਲਿਖਦੀਆਂ ਨੇ these are for positive, ਇਹ ਪੋਜ਼ਿਟਿਵ ਲਈ ਨੇ, ਪਰ ਜਿਹੜਾ ਇਹਨਾਂ ਦੇ ਬਿਲਕੁਲ ਆਪੋਜ਼ਿਟ ਚੀਜ਼ ਹੋਊਗੀ that will be negative। ਹੁਣ ਇੱਥੇ ਉਹਨਾਂ ਨੇ ਉਹੀ ਗੱਲ ਕਹੀ ਆ ਕਿ ਜਦੋਂ ਮੈਂ i ਤੋਂ j ਵੱਲ ਜਾ ਰਿਹਾ, ਮੇਰੇ ਵੈਕਟਰ ਦੀ ਡਾਇਰੈਕਸ਼ਨ ਅੰਦਰ ਵੱਲ ਆ ਰਹੀ ਹੈ। ਅੰਦਰ ਵੱਲ ਆਉਣ ਦਾ ਮਤਲਬ ਹੁਣ i x ਆ, k z ਆ, ਤਾਂ ਪਿੱਛੇ ਕੌਣ ਬਚਿਆ y ਵੀ ਅੰਦਰ ਨੂੰ ਆ ਰਹੀ ਹੈ, ਤਾਂ ਅੰਦਰ ਨੂੰ ਆਉਣ ਕਰਕੇ ਉਹਦੇ ਤੇ ਸਾਈਨ ਕਿਹੜਾ ਆ ਜਾਊਗਾ ਨੈਗੇਟਿਵ। मतलब कि ਜਦੋਂ ਆਪਾਂ ਕਲੌਕਵਾਈਜ਼ ਦੀ ਗੱਲ ਕਰਦੇ ਆ ਉਦੋਂ ਆਪਣੇ ਸਾਰੇ ਆਨਸਰ ਕੀ ਆਉਣਗੇ ਨੈਗੇਟਿਵ। ਕਿਵੇਂ ਦੇਖੋਗੇ, i ਤੋਂ j k ਤੱਕ ਪਹੁੰਚੇ, k ਤੋਂ j ਤੱਕ ਪਹੁੰਚੋ। ਹੁਣ k z ਆ y ਆ, ਤੀਸਰੀ ਨੇ ਆਉਣਾ, ਬਟ ਤੀਸਰੀ ਕਿਵੇਂ ਆਊਗੀ ਨੈਗੇਟਿਵ ਹੋ ਗਈ। ਫਿਰ j ਤੋਂ k ਵੱਲ ਅੱਗੇ ਪਹੁੰਚੋ i ਵੱਲ, ਸਾਡੇ ਕੋਲ ਕੀ ਆ ਜਾਊਗਾ -k। ਤਾਂ ਆ ਚੀਜ਼ ਯਾਦ ਰੱਖਣੀ ਆ ਟ੍ਰੈਂਡ ਨੂੰ ਕਿ ਜਦੋਂ ਤਾਂ ਆਪਾਂ ਐਂਟੀ ਕਲੌਕਵਾਈਜ਼ ਚੱਲਾਂਗੇ ਉਦੋਂ ਸਾਰੇ ਰਿਜ਼ਲਟ ਪੋਜ਼ਿਟਿਵ, ਜਦੋਂ ਆਪਾਂ ਕਲੌਕਵਾਈਜ਼ ਚੱਲਦੇ ਆ ਉਦੋਂ ਸਾਰਿਆਂ ਦਾ ਕੀ ਆ ਜਾਊਗਾ ਰਿਜ਼ਲਟ ਨੈਗੇਟਿਵ। ਠੀਕ ਹੈ। ਇਹ ਸੀਗਾ ਆਪਣਾ ਵੈਕਟਰ ਪ੍ਰੋਡਕਟ ਤੇ ਵੈਕਟਰ ਪ੍ਰੋਡਕਟ। ਠੀਕ ਹੈ ਜੀ, ਦੋ ਤਰ੍ਹਾਂ ਦੇ ਜਿਹੜੇ ਹੁੰਦੇ ਆ। ਹੋਪ ਸੋ ਸਮਝ ਆ ਗਿਆ ਹੋਊਗਾ। ਸੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਲਾਈਕ ਜ਼ਰੂਰ ਕਰਿਓ ਜੀ। ਸ਼ੁਕਰੀਆ।